जी का खालसा वाहिगुरू जी की फतेह। आओ जी गुरु रूप प्यारी संगत जीओ, जपजी साहब जी ਦੀ ਵਿਚਾਰ ਨੂੰ ਅੱਗੇ ਵਧਾਉਂਦੇ ਹੋਏ ਦੂਸਰੀ ਪੌੜੀ ਦੀ ਪਹਿਲੀ ਪੰਕਤੀ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ। ਦੂਸਰੀ ਪੌੜੀ ਦੀ ਪਹਿਲੀ ਪੰਕਤੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਉਚਾਰਨ ਕਰਦੇ ਹਨ, ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਉਂਦੇ ਹਨ ਕਿ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਹੁਕਮ ਹੈ ਉਸ ਦੇ ਅੰਦਰ ਹੀ ਸਾਰਾ ਜਿਹੜਾ ਆਕਾਰ ਹੈ ਇਹ ਪ੍ਰਗਟ ਹੋਇਆ ਹੈ। ਜਿਨੇ ਖੰਡ ਹੈ, ਬ੍ਰਹਮੰਡ ਹੈ, ਜਿਨੇ ਸੂਰਜ ਤਨ ਚੰਦ ਹੈ, ਤਾਰੇ ਹਨ, ਕਰੋੜਾਂ ਹੀ ਸੂਰਜ ਹਨ, ਕਰੋੜਾਂ ਹੀ ਤਾਰੇ ਹਨ, ਖਰਬਾਂ ਹੀ ਤਾਰੇ ਹਨ, ਖਰਬਾਂ ਹੀ ਧਰਤੀਆਂ ਹਨ, ਕੋਈ ਗਿਣਤੀ ਹੀ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਨ ਜਿੰਨਾ ਵੀ ਇਹ ਆਕਾਰ ਹੈ, ਜਿਹੜਾ ਆਕਾਰ ਪ੍ਰਗਟ ਹੋਇਆ ਹੈ, ਇਹ ਉਸ ਪਰਮਾਤਮਾ ਦੇ ਹੁਕਮ ਦੇ ਅੰਦਰ ਹੀ ਹੈ। ਹੁਕਮੀ ਹੋਵਨ ਆਕਾਰ, ਉਸ ਹੁਕਮ ਦੇ ਪਰਮਾਤਮਾ ਦੇ ਹੁਕਮ ਹੋਣ ਨਾਲ ਇਹ ਸਾਰਾ ਆਕਾਰ ਜਿਹੜਾ ਹੈ ਉਹ ਪ੍ਰਗਟ ਹੋ ਗਿਆ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਪਜੀ ਸਾਹਿਬ ਅੱਗੇ ਫਰਮਾਉਂਦੇ ਵੀ ਹਨ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਉਸ ਪ੍ਰਭੂ ਪਰਮਾਤਮਾ ਦੇ ਇੱਕ ਕਥਨ ਨਾਲ, ਇੱਕ ਸ਼ਬਦ ਨਾਲ ਇਹ ਜਿਹੜਾ ਸ੍ਰਿਸ਼ਟੀ ਦਾ ਹੈ ਇਹਦੀ ਰਚਨਾ ਹੋ ਗਈ ਔਰ ਲੱਖਾਂ ਹੀ ਦਰਿਆਓ, ਭਾਵ ਲੱਖਾਂ ਹੀ ਬੇਅੰਤੀ ਜੀ ਜੰਤ ਜਿਹੜੇ ਹਨ ਉਹਨਾਂ ਦਾ ਬਹਾਵ ਸ਼ੁਰੂ ਹੋ ਗਿਆ। ਭਾਵ ਲੱਖਾਂ ਹੀ, ਅਰਬਾਂ ਹੀ, ਬੇਅੰਤ ਗਿਣਤੀ ਤੋਂ ਬਾਅਦ ਜਿਹੜੇ ਜੀਵ ਜੰਤ ਹਨ ਉਹਨਾਂ ਦਾ ਆਵਣ ਜਾਵਣ ਸ਼ੁਰੂ ਹੋ ਗਿਆ। ਤਾਂ ਇਸ ਪੰਕਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹਨ, ਹੁਕਮੀ ਹੋਵਨ ਆਕਾਰ, ਕਿ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਨਾਲ ਹੀ ਇਹ ਸਾਰਾ ਜਿਹੜਾ ਆਕਾਰ ਹੈ ਉਹ ਪ੍ਰਗਟ ਹੋਇਆ ਹੈ। ਨਾਲ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਇਹ ਵੀ ਫਰਮਾਉਂਦੇ ਹਨ, ਹੁਕਮ ਨਾ ਕਿਹਾ ਜਾਈ, ਕਿ ਮਤ ਸਮਝਣਾ ਕਿ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਹੁਕਮ ਹੈ ਉਹ ਸ਼ਬਦਾਂ ਦੇ ਵਿੱਚ ਵਰਣਨ ਕੀਤਾ ਜਾ ਸਕਦਾ ਹੈ। ਕੇਵਲ ਇਹ ਇੱਕ ਇਸ਼ਾਰਾ ਮਾਤਰ ਹੀ ਹੈ। ਪਰ ਜੇ ਇਹ ਸਮਝਿਆ ਜਾਏ ਕਿ ਬਈ ਹੁਕਮ ਦੀ ਜਿਹੜੀ ਵਿਚਾਰ ਹੈ ਸੰਪੂਰਨ ਹੋ ਗਈ, ਜਾਂ ਕੋਈ ਵੀ ਇਹ ਸੋਚੇ ਕਿ ਮੈਂ ਹੁਕਮ ਦੱਸ ਸਕਦਾ ਪਰਮਾਤਮਾ ਦਾ ਕੀ ਹੈ, ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਮੋਹਰ ਲਾ ਦਿੰਦੇ ਹਨ ਕਿ ਨਹੀਂ ਬਈ, ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਹੁਕਮ ਹੈ ਉਹ ਕਥਿਆ ਨਹੀਂ ਜਾ ਸਕਦਾ। ਇੱਥੇ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਜੋ ਵੀ ਬਹੁਤ ਮਹੱਤਵਪੂਰਨ ਹੁੰਦਾ ਹੈ ਉਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਅਸੰਭਵ ਹੋ ਜਾਂਦਾ ਹੈ। ਪਿਛਲੇ ਵਿਚਾਰ ਵਿੱਚ ਅਸੀਂ ਗੱਲ ਸਾਂਝੀ ਕੀਤੀ ਸੀ, ਇੱਕ ਬਹੁਤ ਸਧਾਰਨ ਜੀ ਆਪਾਂ ਇੱਕ ਉਦਾਹਰਨ ਲੈਂਦੇ ਹੋਏ ਇਹ ਦੱਸਿਆ ਸੀ, ਮੰਨ ਲਓ ਅਸੀਂ ਬਹੁਤ ਸੋਹਣਾ ਜਿਹੜਾ ਗੀਤ ਹੈ ਉਹ ਅਨੁਭਵ ਕੀਤਾ ਹੈ, ਸਾਨੂੰ ਉਸ ਦੀ ਇੱਕ ਅਨੁਭਵ ਹੋਇਆ ਕਿ ਸੰਗੀਤ ਬਹੁਤ ਬਹੁਤ ਰਸਮਈ ਹੈ, ਬਹੁਤ ਮਧੁਰ ਹੈ। ਹੁਣ ਜੇ ਅਸੀਂ ਇਹ ਸਾਰਿਆਂ ਨੂੰ ਜਾ ਕੇ ਦੱਸਣਾ ਸ਼ੁਰੂ ਕਰੀਏ ਕਿ ਸੰਗੀਤ ਬਹੁਤ ਮਧੁਰ ਹੈ, ਸੰਗੀਤ ਜਿਹੜਾ ਸੀ ਉਹ ਬਹੁਤ ਰਸਮਈ ਸੀ, ਤਾਂ ਅਸੀਂ ਉਹਦੀ ਇੱਕ ਤਿਲ ਮਾਤਰ ਸਿਰਫ ਇਸ਼ਾਰਾ ਹੀ ਜਿਹੜਾ ਉਹ ਕਰ ਸਕਾਂਗੇ। ਅਸੀਂ ਉਸ ਸੰਗੀਤ ਦਾ ਬਿਆਨ ਨਹੀਂ ਕਰ ਸਕਾਂਗੇ, ਚਾਹੇ ਅਸੀਂ ਜਿੰਨੇ ਮਰਜ਼ੀ ਸ਼ਬਦ ਜੋੜ ਲਈਏ, ਵਾਹ ਵਾਹ ਕਹਿ ਦਈਏ, ਵਧੀਆ ਕਹਿ ਦਈਏ, ਬਹੁਤ ਸੋਹਣਾ ਕਹਿ ਦਈਏ। ਸੰਗੀਤ ਰਸਮਈ ਸੀ, ਸੰਗੀਤ ਬੜਾ ਮਧੁਰ ਸੀ, ਸੰਗੀਤ ਬੜਾ ਮਨ ਨੂੰ ਛੋਹ ਲੈਣ ਵਾਲਾ ਸੀ। ਅਸੀਂ ਜਿੰਨੇ ਮਰਜ਼ੀ ਸ਼ਬਦ ਜਿਹੜੇ ਹੈ ਉਹ ਪ੍ਰਯੋਗ ਕਰ ਲਈਏ, ਪਰ ਅਸੀਂ ਉਸ ਗੀਤ ਦੀ ਵਿਆਖਿਆ ਜਾਂ ਉਸ ਗੀਤ ਨੂੰ ਅਸੀਂ ਨਹੀਂ ਸਮਝਾ ਸਕਦੇ, ਕਿਉਂਕਿ ਅਸੀਂ ਉਸ ਨੂੰ ਫੀਲ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਇੱਥੇ ਇਹੀ ਫਰਮਾ ਰਹੇ ਹਨ ਕਿ ਜਿਹੜਾ ਉਸ ਪ੍ਰਭੂ ਪਰਮਾਤਮਾ ਦਾ ਹੁਕਮ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਹੋ ਸਕਦਾ। ਮਤ ਕੋਈ ਜਾਣੇ ਕਿ ਸ਼ਬਦਾਂ ਦੇ ਵਿੱਚ ਉਸ ਪ੍ਰਭੂ ਪਰਮਾਤਮਾ ਦੇ ਹੁਕਮ ਨੂੰ ਬਿਆਨ ਕੀਤਾ ਜਾ ਸਕਦਾ ਹੈ। ਤਾਂ ਮਹਾਰਾਜ ਉਚਾਰਨ ਕਰਦੇ ਹਨ, ਹੁਕਮ ਨਾ ਕਿਹਾ ਜਾਈ। ਇਸ ਲਈ ਜੋ ਵੀ ਅਸੀਂ ਸ਼ਬਦਾਂ 'ਚ ਬਿਆਨ ਕਰਾਂਗੇ, ਸ਼ਬਦਾਂ ਦੀ ਇੱਕ ਆਪਣੀ ਸੀਮਾ ਹੈ। ਸ਼ਬਦਾਂ ਦੇ ਵਿੱਚ ਸਾਰਾ ਕੁਝ ਬਿਆਨ ਨਹੀਂ ਹੋ ਸਕਦਾ। ਸ਼ਬਦਾਂ ਦੀ ਇੱਕ ਆਪਣੀ ਜਿਹੜੀ ਹੈ ਉਹ ਸੀਮਾ ਹੈ। ਇੱਕ ਸੀਮਾ ਤੱਕ ਹੀ ਸ਼ਬਦ ਜਿਹੜੇ ਹਨ ਉਹ ਕਿਸੇ ਚੀਜ਼ ਦਾ ਵਿਖਿਆਨ ਕਰ ਸਕਦੇ ਹਨ।
ਤਾਂ ਪ੍ਰਭੂ ਪਰਮਾਤਮਾ ਦਾ ਵਿਖਿਆਨ ਜਿਹੜਾ ਹੈ ਉਹ ਸ਼ਬਦਾਂ ਦੇ ਵਿੱਚ ਸੰਪੂਰਨ ਨਹੀਂ ਹੋ ਸਕਦਾ। ਇੱਕ ਇਸ਼ਾਰਾ ਮਾਤਰ ਹੈ, ਜਿਵੇਂ ਮੰਨ ਲਓ ਇੱਕ ਮਾਈਲਸਟੋਨ ਹੈ ਜਿਹੜਾ ਸਾਨੂੰ ਇਹ ਦੱਸ ਰਿਹਾ ਹੈ ਕਿ ਇਹ ਫਲਾਣਾ ਸ਼ਹਿਰ ਕਿੰਨੇ ਕਿਲੋਮੀਟਰ ਦੂਰ ਹੈ ਜਾਂ ਕਿਸ ਪਾਸੇ ਹੈ। ਹੁਣ ਜੇ ਅਸੀਂ ਇਹ ਕਹਿ ਦਈਏ ਕਿ ਵੀ ਮੈਂ ਮਾਈਲਸਟੋਨ ਨੂੰ ਦੇਖ ਲਿਆ ਔਰ ਮੈਨੂੰ ਵਾਕਈ ਦਰਸ਼ਨ ਹੋ ਗਏ ਉਸ ਸ਼ਹਿਰ ਦੇ, ਜਾਂ ਉਸ ਸ਼ਹਿਰ ਬਾਰੇ ਮੈਨੂੰ ਸਭ ਕੁਝ ਪਤਾ ਲੱਗ ਗਿਆ, ਉਸ ਸ਼ਹਿਰ ਬਾਰੇ ਗਿਆਨ ਹੋ ਗਿਆ ਮੈਨੂੰ ਮਾਈਲਸਟੋਨ ਦੇਖ ਕੇ, ਤਾਂ ਇਹ ਕਹਿਣਾ ਜਿਹੜਾ ਗਲਤ ਹੋ ਜਾਏਗਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ ਕਿ ਇਹ ਜਿਹੜਾ ਹੁਕਮ ਦਾ ਵਰਣਨ ਹੋ ਰਿਹਾ ਇਸ ਪੌੜੀ ਦੇ ਵਿੱਚ, ਇਸ ਇਸ਼ਾਰਾ ਮਾਤਰ ਸਮਝੋ। ਉਸ ਪ੍ਰਭੂ ਪਰਮਾਤਮਾ ਦਾ ਹੁਕਮ ਜਿਹੜਾ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਹੋ ਸਕਦਾ। ਸਿਰਫ ਸਿੱਧਾਂ ਦਾ ਜਿਹੜਾ ਪ੍ਰਸ਼ਨ ਸੀਗਾ ਕਿ ਪਰਮਾਤਮਾ ਦਾ ਹੁਕਮ ਕੀ ਹੈ, ਮਹਾਰਾਜ ਨੇ ਉਸ ਪ੍ਰਸ਼ਨ ਦਾ ਉੱਤਰ ਦੇਣ ਲਈ ਇਸ਼ਾਰਾ ਮਾਤਰ ਇਹ ਜਿਹੜੀ ਪੌੜੀ ਹੈ ਉਚਾਰੀ ਹੈ। ਇਸ ਪੰਕਤੀ ਨੂੰ ਹੋਰ ਵਿਚਾਰ ਜੇ ਅਸੀਂ ਕਰੀਏ, ਹੋਰ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਤਾਂ ਇੱਕ ਕਹਾਣੀ ਆਪ ਜੀ ਨਾਲ ਸ਼ੇਅਰ ਕਰਦੇ ਹਾਂ, ਜਿਸ ਨੂੰ ਸੁਣਨ ਤੋਂ ਬਾਅਦ ਹੋ ਸਕਦਾ ਹੈ ਸਾਨੂੰ ਥੋੜ੍ਹਾ ਜਿਹਾ ਅੰਦਾਜ਼ਾ ਹੋ ਜਾਏ ਕਿ ਉਸ ਪ੍ਰਭੂ ਪਰਮਾਤਮਾ ਦਾ ਜਿਹੜਾ ਹੁਕਮ ਹੈ ਉਹ ਕਿਉਂ ਨਹੀਂ ਕਿਹਾ ਜਾ ਸਕਦਾ। ਇੰਜ ਹੋਇਆ ਜੀ, ਇੱਕ ਕਹਾਣੀ ਹੈ ਜਿਹਦੇ ਵਿੱਚ ਇੱਕ ਭੇਡਾਂ ਚਰਾਉਣ ਵਾਲਾ ਜਿਹੜਾ ਹੈ ਉਹ ਪਹਾੜਾਂ ਦੇ ਕੰਢੇ ਭੇਡਾਂ ਨੂੰ ਚਰਾ ਰਿਹਾ ਸੀ, ਤੇ ਦੁਪਹਿਰ ਦਾ ਸਮਾਂ ਹੋ ਗਿਆ। ਉਸ ਨੂੰ ਬਹੁਤ ਭੁੱਖ ਲੱਗਣ ਲੱਗ ਗਈ। ਰੋਜ਼ ਇਸ ਸਮੇਂ ਤੱਕ ਉਸ ਦੀ ਜਿਹੜੀ ਘਰਵਾਲੀ ਹੈ ਉਹ ਖਾਣਾ ਜਿਹੜਾ ਹੈ ਉਹ ਲੈ ਕੇ ਆ ਜਾਂਦੀ ਹੈ, ਪਰ ਅੱਜ ਜੋ ਹੈ ਉਸ ਦੀ ਘਰਵਾਲੀ ਜਿਹੜੀ ਹੈ ਉਹ ਨਹੀਂ ਪੁੱਜੀ। ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਉਹਦੇ ਮਨ 'ਚ ਸ਼ੰਕਾ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਵੀ ਹੋ ਸਕਦਾ ਹੈ ਘਰਵਾਲੀ ਨੂੰ ਕੁਝ ਹੋ ਨਾ ਗਿਆ ਹੋਵੇ। ਤਾਂ ਉਹ ਇਹ ਸੋਚਦਾ ਕਿਉਂ ਨਾ ਮੈਂ ਇੱਕ ਵਾਰ ਜਾ ਕੇ ਘਰ ਦੇਖ ਆਵਾਂ, ਖਬਰ ਲੈ ਆਵਾਂ ਤੇ ਖਾਣਾ ਵੀ ਜਿਹੜਾ ਉਹ ਨਾਲ ਲੈ ਆਵਾਂ। ਉਸਨੇ ਆਸੇ-ਪਾਸੇ ਦੇਖਿਆ ਤੇ ਨਾਲ ਇੱਕ ਪੇੜ ਦੇ ਉੱਪਰ ਇੱਕ ਲੱਕੜਹਾਰਾ ਲੱਕੜਾਂ ਕੱਟ ਰਿਹਾ ਸੀ। ਪੇੜ ਦੇ ਉੱਪਰ ਚੜ੍ਹ ਕੇ ਉਸਨੇ ਸੋਚਿਆ ਕਿਉਂ ਨਾ ਮੈਂ ਇਸ ਲੱਕੜਹਾਰੇ ਨੂੰ ਕਹਿ ਜਾਵਾਂ ਕਿ ਤੂੰ ਮੇਰੇ ਜਿਹੜੀ ਭੇਡਾਂ ਹੈ ਇਹਦਾ ਧਿਆਨ ਰੱਖੀ, ਮੈਂ ਜਿਹੜਾ ਘਰ ਤੱਕ ਹੋ ਕੇ ਆਇਆ। ਹੁਣ ਜਿਹੜੀ ਦਿੱਕਤ ਹੈ ਉਹ ਇਹ ਹੈ ਕਿ ਇਹ ਜਿਹੜਾ ਭੇਡਾਂ ਚਾਰਨ ਵਾਲਾ ਹੈ ਇਹ ਕੰਨ ਤੋਂ ਸੁਣ ਨਹੀਂ ਸਕਦਾ, ਇਹਦੀ ਸੁਣਨ ਦੀ ਸ਼ਕਤੀ ਜਿਹੜੀ ਹੈ ਉਹ ਨਹੀਂ ਹੈ। ਇਹ ਜਾਂਦਾ ਹੈ ਤੇ ਉਸ ਲੱਕੜਹਾਰੇ ਨੂੰ ਕਹਿੰਦਾ ਹੈ ਕਿ ਬਈ ਇਸ ਤਰ੍ਹਾਂ ਮੇਰੀ ਜਿਹੜੀ ਘਰਵਾਲੀ ਅੱਜ ਨਹੀਂ ਆ ਸਕੀ, ਪਤਾ ਨਹੀਂ ਉਹਨੂੰ ਕੀ ਹੋ ਗਿਆ ਹੈ, ਤੇ ਮੈਂ ਜਾ ਕੇ ਜਰਾ ਦੇਖ ਆਵਾਂ, ਨਾਲ ਖਾਣਾ ਲੈ ਆਵਾਂ। ਤੂੰ ਮੇਰੀ ਇੰਨੀ ਕੰਮ ਕਰਦੀ ਕਿ ਤੂੰ ਮੇਰੀ ਜਿਹੜੀਆਂ ਭੇਡਾਂ ਹੈ ਇਹਨਾਂ 'ਤੇ ਨਿਗਾਹ ਰੱਖੀ, ਇਹਨਾਂ ਨੂੰ ਕੋਈ ਜਾਨਵਰ ਨਾ ਖਾ ਜਾਏ ਜਾਂ ਇੱਧਰ ਉੱਧਰ ਨਾ ਚਲੀ ਜਾਣ। ਹੁਣ ਜਿਹੜਾ ਲੱਕੜਹਾਰਾ ਹੈ ਉਹ ਵੀ ਕੰਨ ਤੋਂ ਸੁਣ ਨਹੀਂ ਸਕਦਾ, ਉਹ ਵੀ ਬਹਿਰਾ ਹੈ। ਉਹਨੂੰ ਲੱਗਦਾ ਹੈ ਕਿ ਬਈ ਇਹ ਬੰਦਾ ਮੇਰੇ ਨਾਲ ਗੱਲਾਂ ਕਰਨਾ ਚਾਹ ਰਿਹਾ ਹੈ ਤੇ ਮੈਂ ਤਾਂ ਬਹੁਤ ਬਿਜ਼ੀ ਹਾਂ, ਮੈਂ ਤਾਂ ਬਹੁਤ ਲੱਕੜਾਂ ਕੱਟਣੀ ਹੈ, ਇਹ ਮੇਰਾ ਐਵੇਂ ਸਮਾਂ ਜਿਹੜਾ ਉਹ ਵਿਅਰਥ ਕਰੇਗਾ। ਤਾਂ ਉਹ ਉੱਪਰੋਂ ਹੀ ਪੇੜ ਦੇ ਉੱਪਰ ਇਹਨੂੰ ਇਸ਼ਾਰਾ ਕਰਕੇ ਕਹਿ ਦਿੰਦਾ ਹੈ, ਜਾ ਪਰਾਂ ਜਾ। ਭੇਡਾਂ ਵਾਲੇ ਨੂੰ ਲੱਗਦਾ ਹੈ ਕਿ ਬਈ ਇਸਨੇ ਮੇਰੀ ਗੱਲ ਜਿਹੜੀ ਉਹ ਮੰਨ ਲਈ ਹੈ, ਤੇ ਉਹ ਬੇਫਿਕਰ ਹੋ ਕੇ ਆਪਣੇ ਘਰ ਵੱਲ ਚਲੇ ਜਾਂਦਾ ਹੈ। ਘਰ ਜਾਂਦਾ ਹੈ ਤਾਂ ਪਤਨੀ ਉਸਨੂੰ ਮਿਲਦੀ ਹੈ ਤੇ ਕਿਸੇ ਕਾਰਨ ਪਤਨੀ ਦੱਸਦੀ ਹੈ ਕਿ ਅੱਜ ਮੈਂ ਨਹੀਂ ਆ ਸਕੀ। ਇਹ ਆਪਣਾ ਭੋਜਨ ਕਰਕੇ ਵਾਪਸ ਆ ਜਾਂਦਾ ਹੈ ਤੇ ਜਦੋਂ ਇਹ ਆ ਕੇ ਦੇਖਦਾ ਹੈ ਤਾਂ ਇਹਦੀ ਭੇਡਾਂ ਜਿਹੜੀਆਂ ਉਹ ਸਾਰੀਆਂ ਸਹੀ ਸਲਾਮਤ ਹੁੰਦੀਆਂ ਹਨ, ਸਭ ਠੀਕ ਹੁੰਦੀਆਂ ਹਨ। ਇਸ ਭੇਡਾਂ ਚਾਰਨ ਵਾਲੇ ਨੂੰ ਲੱਗਦਾ ਹੈ ਕਿ ਲੱਕੜਹਾਰੇ ਨੇ ਮੇਰੀ ਭੇਡਾਂ ਦਾ ਬੜਾ ਧਿਆਨ ਰੱਖਿਆ ਹੈ, ਇਹਨਾਂ ਨੂੰ ਜਾਨਵਰਾਂ ਤੋਂ ਬਚਾ ਕੇ ਰੱਖਿਆ ਹੈ, ਕਿਉਂ ਨਾ ਇਹਦਾ ਜਿਹੜਾ ਹੈ ਉਹ ਧੰਨਵਾਦ ਕੀਤਾ ਜਾਏ। ਤਾਂ ਉਹ ਆਪਣੀ ਇੱਕ ਲੰਗੜੀ ਭੇਡ ਨੂੰ ਲੈ ਕੇ ਲੱਕੜਹਾਰੇ ਕੋਲ ਜਾਂਦਾ ਹੈ। ਕਹਿੰਦਾ ਵੈਸੇ ਵੀ ਜਿਹੜੀ ਲੰਗੜੀ ਭੇਡ ਹੈ ਮੇਰੇ ਕਿਸੇ ਕੰਮ ਦੀ ਨਹੀਂ, ਕਿਉਂ ਨਾ ਇਸ ਨੂੰ ਮੈਂ ਭੇਟਾ ਦੇ ਰੂਪ 'ਤੇ ਲੱਕੜਹਾਰੇ ਨੂੰ ਦੇ ਦੇਵਾਂ, ਇਹਨੇ ਅੱਜ ਕੱਲ੍ਹ ਵੈਸੇ ਵੀ ਮਾਰੀ ਜਾਣਾ ਹੈ। ਤਾਂ ਉਹ ਨੀਚੋਂ ਆਵਾਜ਼ ਲਗਾ ਕੇ ਕਹਿੰਦਾ ਹੈ ਵੀ ਤੇਰਾ ਬਹੁਤ ਸ਼ੁਕਰ ਹੈ ਲੱਕੜਹਾਰਿਆ, ਤੂੰ ਮੇਰੀ ਜਿਹੜੀ ਭੇਡਾਂ ਹੈ ਇਹਨਾਂ ਦਾ ਧਿਆਨ ਰੱਖਿਆ ਤੇ ਮੇਰੀ ਆ ਭੇਟਾ ਸਵੀਕਾਰ ਕਰੇ, ਭੇਡ ਤੂੰ ਆਪਣੇ ਕੋਲ ਰੱਖ। ਹੁਣ ਲੱਕੜਹਾਰਾ ਜਿਹੜਾ ਖੁਦ ਬਹਿਰਾ ਹੈ, ਸੁਣ ਨਹੀਂ ਸਕਦਾ, ਇਸ ਨੂੰ ਲੱਗਦਾ ਹੈ ਕਿ ਬਈ ਇਹ ਜਿਹੜਾ ਭੇਡ ਵਾਲਾ ਬੰਦਾ ਹੈ, ਭੇਡਾਂ ਚਾਰਨ ਵਾਲਾ ਹੈ, ਇਹ ਮੈਨੂੰ ਸ਼ਿਕਾਇਤ ਕਰ ਰਿਹਾ ਕਿ ਇਸ ਭੇਡ ਦੀ ਲੱਤ ਮੈਂ ਤੋੜੀ ਹੈ।
ਉਸ ਨੂੰ ਲੱਗਦਾ ਹੈ ਕਿ ਇਹ ਮੇਰੇ ਨਾਲ ਲੜਨ ਆਇਆ ਹੈ ਕਿ ਮੈਂ ਇਹਦੀ ਭੇਡਾਂ ਦੀ ਲੱਤ ਤੋੜਤੀ। ਤਾਂ ਉਹ ਉੱਪਰੋਂ ਹੀ ਉੱਚਾ ਚਲਾ ਕੇ ਕਹਿੰਦਾ ਹੈ ਕਿ ਬਈ ਮੈਂ ਤੇਰੀ ਭੇਡ ਜਿਹੜੀ ਹੈ ਉਹਦੀ ਲੱਤ ਨਹੀਂ ਤੋੜੀ। ਹੱਥ ਨਾਲ ਇਸ਼ਾਰਾ ਕਰਦਾ ਹੈ ਕਿ ਮੈਂ ਇਹਦੀ ਲੱਤ ਨਹੀਂ ਤੋੜੀ। ਪਰ ਜਿਹੜਾ ਨੀਚੇ ਖੜਾ ਹੈ ਉਹ ਫਿਰ ਮਿੰਨਤਾਂ ਕਰਦਾ ਵੀ ਨਹੀਂ ਭਾਈ, ਤੂੰ ਮੇਰੀ ਭੇਡਾਂ ਦਾ ਧਿਆਨ ਰੱਖਿਆ ਹੈ, ਠੀਕ ਹੈ, ਤੇਰਾ ਬਹੁਤ ਸ਼ੁਕਰੀਆ, ਅਤੇ ਤੂੰ ਮੇਰੀ ਆ ਜਿਹੜੀ ਭੇਡ ਹੈ ਇਹ ਸਵੀਕਾਰ ਕਰ, ਆ ਭੇਟਾ ਜਿਹੜੀ ਆ ਸਵੀਕਾਰ ਕਰ। ਦੇਖੋ ਜੀ, ਹੁਣ ਇੱਥੇ ਇੱਕ ਵਿਪਦਾ ਆ ਗਈ ਹੈ। ਦੋਨੋਂ ਨਹੀਂ ਬੋਲ ਪਾ ਰਹੇ, ਦੋਨੋਂ ਸਮਝ ਨਹੀਂ ਪਾ ਰਹੇ। ਇਹਨਾਂ ਦਾ ਵਿਵਾਦ ਜਿਹੜਾ ਉਹ ਚੱਲਦਾ ਹੁੰਦਾ ਹੈ ਅਤੇ ਇੰਨੀ ਦੇਰ ਤੋਂ ਇੱਕ ਬੰਦਾ ਘੋੜੇ ਦੇ ਉੱਤੇ ਸਵਾਰ ਹੋ ਕੇ ਆ ਰਿਹਾ ਹੈ ਅਤੇ ਜਿਹੜਾ ਭੇਡਾਂ ਵਾਲਾ ਇਹ ਕਹਿੰਦਾ ਕਿਉਂ ਨਾ ਮੈਂ ਘੋੜੇ ਦੇ ਸਵਾਰ ਦੀ ਮਦਦ ਲਵਾਂ, ਇਹ ਇਸ ਲੱਕੜਹਾਰੇ ਨੂੰ ਸਮਝਾਏ ਅਤੇ ਮੇਰੀ ਭੇਟਾ ਜਿਹੜੀ ਆ ਕਬੂਲ ਕਰੇ। ਕਹਾਣੀ ਅੱਗੋਂ ਇਹ ਹੈ ਕਿ ਜਿਹੜਾ ਇਹ ਘੋੜਸਵਾਰ ਹੈ ਇਹ ਇੱਕ ਚੋਰ ਹੁੰਦਾ ਹੈ, ਜਿਹੜਾ ਕਿ ਘੋੜਾ ਕਿਤੋਂ ਚੋਰੀ ਕਰਕੇ ਲੈ ਆ ਰਿਹਾ ਹੁੰਦਾ ਹੈ। ਔਰ ਇਹ ਵੀ ਕੰਨ ਤੋਂ ਨਹੀਂ ਸੁਣ ਪਾਉਂਦਾ, ਇਹ ਵੀ ਕੰਨੋਂ ਬਹਿਰਾ ਹੈ। ਹੁਣ ਲੱਕੜਹਾਰਾ ਇਸ ਨੂੰ ਕਹਿੰਦਾ ਹੈ ਕਿ ਬਈ ਤੂੰ, ਭੇਡਾਂ ਵਾਲਾ ਕਹਿੰਦਾ ਹੈ ਕਿ ਤੂੰ ਇਹ ਲੱਕੜਹਾਰੇ ਨੂੰ ਸਮਝਾ ਕਿ ਇਹ ਮੇਰੀ ਜਿਹੜੀ ਭੇਟਾ ਹੈ ਉਹ ਕਬੂਲ ਕਰੇ, ਵੀ ਇਹਨੇ ਮੇਰੀ ਭੇਡਾਂ ਦਾ ਜਿਹੜਾ ਹੈ ਉਹ ਧਿਆਨ ਰੱਖਿਆ ਹੈ। ਘੋੜਸਵਾਰ ਜਿਹੜਾ ਚੋਰ ਹੈ ਉਹਨੂੰ ਲੱਗਦਾ ਹੈ ਕਿ ਵੀ ਮੈਂ ਤਾਂ ਫੜਿਆ ਗਿਆ, ਵੀ ਸ਼ਾਇਦ ਇਹ ਘੋੜਾ ਇਹਨਾਂ ਦਾ ਹੀ ਹੈ ਅਤੇ ਮੇਰੀ ਚੋਰੀ ਜਿਹੜੀ ਆ ਉਹ ਫੜੀ ਗਈ। ਇਹਨਾਂ ਨੂੰ ਲੱਕੜਹਾਰਾ ਵੀ ਨੀਚੇ ਆ ਜਾਂਦਾ ਹੈ ਅਤੇ ਲੱਕੜਹਾਰਾ ਘੋੜਸਵਾਰ ਨੂੰ ਕਹਿੰਦਾ ਹੈ ਕਿ ਮੈਂ ਇਸ ਭੇਡ ਦੀ ਲੱਤ ਨਹੀਂ ਤੋੜੀ। ਇਹ ਭੇਡਾਂ ਵਾਲੇ ਨੂੰ ਪਤਾ ਨਹੀਂ ਕਿਵੇਂ ਲੱਗਦਾ ਕਿ ਮੈਂ ਇਹਦੀ ਲੱਤ ਤੋੜੀ ਹੈ, ਜਦ ਕਿ ਇਹਦੀ ਭੇਡ ਮੈਂ ਇੱਕ ਵਾਰ ਵੀ ਨਹੀਂ ਦੇਖੀ। ਇਹ ਤਿੰਨੋਂ ਆਪਸ ਵਿਵਾਦ ਕਰ ਰਹੇ ਆ। ਉੱਥੇ ਚੋਰ ਨੂੰ ਡਰ ਲੱਗਣ ਲੱਗ ਜਾਂਦਾ ਕਿ ਸ਼ਾਇਦ ਇਹੀ ਮਾਲਿਕ ਹਨ ਘੋੜੇ ਦੇ ਅਤੇ ਮੈਂ ਤਾਂ ਅੱਜ ਫਸ ਗਿਆ। ਅਤੇ ਇਹਨਾਂ ਨੂੰ ਉਸੀ ਰਾਹ ਤੋਂ ਇੱਕ ਫਕੀਰ ਲੰਘ ਰਿਹਾ ਹੈ। ਇਹ ਤਿੰਨੋਂ ਉਸ ਫਕੀਰ ਨੂੰ ਫੜ ਲੈਂਦੇ ਹਨ। ਤਿੰਨੋਂ ਹੀ ਕੰਨ ਤੋਂ ਸੁਣ ਨਹੀਂ ਪਾ ਰਹੇ, ਕੰਨ ਤੋਂ ਬਹਿਰੇ ਹਨ ਅਤੇ ਇਹ ਫਕੀਰ ਨੂੰ ਕਹਿੰਦੇ ਹਨ ਕਿ ਇਸ ਤਰ੍ਹਾਂ ਹੈ। ਪਹਿਲਾਂ ਜਿਹੜਾ ਭੇਡਾਂ ਵਾਲਾ ਹੈ ਉਹ ਆਪਣੀ ਗੱਲ ਦੱਸਦਾ ਹੈ ਅਤੇ ਲੱਕੜਹਾਰੇ ਨੂੰ ਲੱਗਦਾ ਹੈ ਕਿ ਇਹ ਭੇਡਾਂ ਵਾਲਾ ਮੇਰੀ ਸ਼ਿਕਾਇਤ ਕਰ ਰਿਹਾ ਹੈ ਫਕੀਰ ਨੂੰ। ਤਾਂ ਲੱਕੜਹਾਰਾ ਆਪਣੀ ਗੱਲ ਦੱਸਦਾ ਹੈ ਅਤੇ ਚੋਰ ਨੂੰ ਲੱਗਦਾ ਕਿ ਇਹ ਦੋਨੋਂ ਜਿਹੜੇ ਹਨ ਇਹ ਮੇਰੇ ਬਾਰੇ ਗੱਲ ਕਰ ਰਹੇ ਹਨ, ਇਹ ਮੈਨੂੰ ਫੜਾਉਣਾ ਚਾਹੁੰਦੇ ਹਨ। ਤਾਂ ਚੋਰ ਜਿਹੜਾ ਹੈ ਉਹ ਕਹਿੰਦਾ ਕਿ ਜੀ ਇਹ ਘੋੜਾ ਮੈਂ ਚੋਰੀ ਨਹੀਂ ਕੀਤਾ, ਮੈਂ ਚੋਰ ਨਹੀਂ ਹਾਂ, ਵੀ ਇਹ ਦੋਨੋਂ ਤਾਂ ਮੈਨੂੰ ਫੜਨ ਰਹੇ ਹਨ, ਮੈਂ ਇਹਨਾਂ ਦਾ ਘੋੜਾ ਚੋਰੀ ਨਹੀਂ ਕੀਤਾ। ਫਕੀਰ ਜਿਹੜਾ ਹੈ ਉਹ ਸਾਰੀ ਗੱਲ ਸਮਝ ਜਾਂਦਾ ਹੈ ਕਿ ਵੀ ਕੀ ਮਾਜਰਾ ਹੈ, ਕੀ ਕਹਾਣੀ ਹੈ। ਪਰ ਜਿਹੜੀ ਵਿਪਦਾ ਉਹ ਇਹ ਹੈ ਕਿ ਫਕੀਰ ਨੇ ਮੌਨ ਧਾਰਨ ਕੀਤਾ ਹੋਇਆ। ਫਕੀਰ ਨੂੰ ਗਿਆਨ ਹੋ ਗਿਆ ਹੈ, ਸਮਝ ਆ ਗਈ ਹੈ ਕਿ ਕੀ ਕਹਾਣੀ ਹੈ, ਭੇਡਾਂ ਵਾਲੇ ਦੀ ਕੀ ਦਿੱਕਤ ਹੈ, ਲੱਕੜਹਾਰੇ ਦੀ ਕੀ ਸਮਝ ਹੈ ਅਤੇ ਚੋਰ ਦੀ ਕੀ ਸਮਝ ਹੈ। ਪਰ ਸਭ ਤੋਂ ਵੱਡੀ ਜਿਹੜੀ ਵਿਪਦਾ ਇਹ ਹੈ ਕਿ ਹੁਣ ਜਿਹਨੂੰ ਸਮਝ ਆ ਗਈ ਹੈ ਉਹਨੇ ਮੌਨ ਧਾਰਨ ਕੀਤਾ ਹੋਇਆ, ਉਹ ਬੋਲ ਨਹੀਂ ਪਾ ਰਿਹਾ। ਆਖਰ ਨੂੰ ਹੁਣ ਫਕੀਰ ਇੱਕ ਇੱਕ ਕਰਕੇ ਤਿੰਨਾਂ ਦੀ ਅੱਖਾਂ 'ਚ ਦੇਖਦਾ ਹੈ। ਜਦੋਂ ਉਹ ਪਹਿਲੇ ਭੇਡ ਵਾਲੇ ਦੀ ਅੱਖਾਂ 'ਚ ਦੇਖਦਾ ਹੈ ਤਾਂ ਭੇਡਾਂ ਵਾਲਾ ਬੰਦਾ ਜਿਹੜਾ ਹੈ ਉਹ ਥੋੜ੍ਹਾ ਘਬਰਾ ਜਾਂਦਾ ਹੈ, ਡਰ ਜਾਂਦਾ ਹੈ, ਕਿਉਂਕਿ ਫਕੀਰ ਦੇ ਅੱਖਾਂ 'ਚ ਨੂਰ ਬਹੁਤ ਹੁੰਦਾ ਹੈ। ਤਾਂ ਉਹ ਭੇਡਾਂ ਵਾਲਾ ਆਪਣੀ ਭੇਡਾਂ ਨੂੰ ਲੈ ਕੇ ਉੱਥੋਂ ਖਿਸਕਣਾ ਹੀ ਠੀਕ ਸਮਝਦਾ ਹੈ। ਇਸੇ ਤਰ੍ਹਾਂ ਫਿਰ ਉਹ ਦੂਜੇ ਲੱਕੜਹਾਰੇ ਦੀ ਅੱਖਾਂ 'ਚ ਦੇਖਦਾ ਹੈ। ਲੱਕੜਹਾਰੇ ਨੂੰ ਵੀ ਇਹੀ ਮਹਿਸੂਸ ਹੁੰਦਾ ਹੈ ਕਿ ਗਲਤੀ ਸ਼ਾਇਦ ਮੇਰੀ ਹੈ, ਵੀ ਇਹ ਤਾਂ ਮੇਰੇ 'ਤੇ ਦੋਸ਼ ਲੱਗੇਗਾ, ਅਤੇ ਉਹ ਵੀ ਉਸਦੀ ਜਿਹੜੀ ਅੱਖਾਂ ਦਾ ਨੂਰ ਹੈ ਉਹਨੂੰ ਝੇਲ ਨਹੀਂ ਪਾਉਂਦਾ। ਤਾਂ ਉਹ ਵੀ ਲੱਕੜਹਾਰਾ ਵੀ ਉੱਥੋਂ ਆਪਣੀ ਲੱਕੜਾਂ ਇਕੱਠੀਆਂ ਕਰਕੇ ਲੰਘ ਜਾਂਦਾ ਹੈ। ਹੁਣ ਚੋਰ ਨੂੰ ਇਹ ਲੱਗਦਾ ਕਿ ਬਈ ਸ਼ਾਇਦ ਜਿਹੜਾ ਇਹ ਫਕੀਰ ਹੈ ਇਹਨੇ ਉਹ ਦੋਨਾਂ ਨੂੰ ਸਮਝਾ ਦਿੱਤਾ ਹੈ ਅਤੇ ਇਹਨੇ ਮੈਨੂੰ ਇਹਨਾਂ ਤੋਂ ਬਚਾ ਲਿਆ ਹੈ। ਤਾਂ ਉਹ ਵੀ ਜਦੋਂ ਫਕੀਰ ਉਹਦੀ ਅੱਖਾਂ 'ਚ ਦੇਖਦਾ ਹੈ ਤਾਂ ਉਹਨੂੰ ਇਹ ਲੱਗਦਾ ਕਿ ਵੀ ਮੇਰੀ ਜਾਨ ਬਚ ਗਈ, ਇੰਨਾ ਹੀ ਕਾਫੀ ਹੈ, ਵੀ ਧੰਨਵਾਦ ਹੈ ਫਕੀਰ ਦਾ। ਉਹ ਆਪਣਾ ਘੋੜਾ ਜਿਹੜਾ ਉੱਥੇ ਛੱਡ ਕੇ ਭੱਜ ਜਾਂਦਾ ਹੈ। ਹੁਣ ਇਸ ਤਰ੍ਹਾਂ ਫਕੀਰ ਜਿਹੜਾ ਹੈ ਉਹ ਪੂਰਾ ਮਸਲਾ ਜਿਹੜਾ ਹੱਲ ਕਰ ਦਿੰਦਾ ਹੈ ਅੱਖਾਂ ਦੇ ਇਸ਼ਾਰੇ ਨਾਲ। ਬਸ ਇਹੀ ਇੱਕ ਮਾਤਰ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਵੀ ਸਮਝੋ ਕਿ ਉਹ ਅੱਖਾਂ ਨਾਲ ਹੀ ਸਾਨੂੰ ਜਿਹੜਾ ਹੈ ਉਹ ਇੱਕ ਇਸ਼ਾਰਾ ਮਾਤਰ ਸਮਝਾ ਰਹੇ ਹਨ ਕਿ ਪਰਮਾਤਮਾ ਦਾ ਹੁਕਮ ਕੀ ਹੈ। ਹੁਣ ਜਿਹੜੀ ਦਿੱਕਤ ਇਹ ਹੈ ਕਿ ਅਸੀਂ ਉਸਦੇ ਹੁਕਮ ਨੂੰ ਅਲੱਗ-ਅਲੱਗ ਤਰੀਕੇ ਨਾਲ ਸਮਝਦੇ ਹਾਂ, ਆਪਣੀ ਤੁੱਛ ਬੁੱਧੀ ਨਾਲ। ਮੇਰੇ ਲਈ ਹੁਕਮ ਕੁਝ ਹੋਰ ਹੈ, ਆਪ ਜੀ ਲਈ ਹੁਕਮ ਕੁਝ ਹੋਰ ਹੋਏਗਾ, ਕਿਸੇ ਲਈ ਕੁਝ ਹੁਕਮ ਕੁਝ ਹੋਰ ਹੋਏਗਾ। ਪਰ ਸਾਡੀ ਸਭ ਦੀ ਜਿਹੜੀ ਸੋਚ ਹੈ ਬਹੁਤ ਛੋਟੀ ਹੈ, ਬੁੱਧੀ ਜਿਹੜੀ ਹੈ ਬੜੀ ਤੁੱਛ ਹੈ।
ਅਸੀਂ ਉਸ ਪਰਮਾਤਮਾ ਦੇ ਹੁਕਮ ਦਾ ਵਰਣਨ ਨਹੀਂ ਕਰ ਸਕਦੇ। ਜੇ ਕਹਿੰਦੇ ਹਾਂ ਤਾਂ ਦੂਜੇ ਨੂੰ ਸਮਝ ਨਹੀਂ ਆਉਂਦੀ। ਜਿਹੜੀ ਸਾਨੂੰ ਸਮਝ ਆਈ ਹੈ ਅਸੀਂ ਉਹ ਸ਼ਬਦ 'ਚ ਬਿਆਨ ਨਹੀਂ ਕਰ ਸਕਦੇ। ਜਿਹੜੀ ਬਿਆਨ ਕਰ ਸਕਦੇ ਹਾਂ ਉਹ ਦੂਜਾ ਸਮਝ ਨਹੀਂ ਸਕਦਾ। ਜਿਹੜਾ ਦੂਜਾ ਸਮਝਦਾ ਹੈ ਉਹ ਤੀਜੇ ਨੂੰ ਨਹੀਂ ਸਮਝਾ ਸਕਦਾ, ਤੇ ਜਿਹੜਾ ਤੀਜਾ ਹੈ ਉਸ ਨੂੰ ਲੱਗਦਾ ਹੈ ਕਿ ਸਾਰੇ ਹੀ ਗਲਤ ਕਹਿ ਰਹੇ ਹਨ, ਜੇ ਮੈਂ ਹੈ ਉਹ ਠੀਕ ਹਾਂ। ਤੇ ਇਸ ਤਰ੍ਹਾਂ ਜਿਹੜਾ ਹੈ ਉਹ ਕੋਈ ਵੀ ਇੱਕ ਦੂਜੇ ਦੀ ਗੱਲ ਜਿਹੜੀ ਆ ਉਹ ਸ਼ਬਦ ਦੇ ਰਾਹੀਂ ਸਮਝ ਨਹੀਂ ਪਾਉਂਦਾ। ਬਸ ਇਹੀ ਇੱਕ ਜੁਗਤੀ ਹੈ ਕਿ ਜਦੋਂ ਅਸੀਂ ਹੁਕਮ ਦੀ ਵਿਆਖਿਆ ਕਰਨ ਲੱਗ ਜਾਈਏ ਤਾਂ ਜਿਹੜਾ ਉਹਦਾ ਹੁਕਮ ਹੈ ਉਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਜਿਹੜੇ ਕੋਈ ਫਕੀਰ ਪਹੁੰਚੇ ਹੋਏ ਸੰਤ ਮਹਾਤਮਾ ਹੁੰਦੇ ਹਨ, ਉਹ ਇੱਕ ਇਸ਼ਾਰਾ ਮਾਤਰ ਕਰਕੇ ਇਸ਼ਾਰੇ ਨਾਲ ਹੀ ਉਹ ਗੱਲ ਨੂੰ ਜਿਹੜਾ ਉਹ ਸਮਝਾ ਦਿੰਦੇ ਹਨ, ਉਹਦਾ ਵਰਣਨ ਪੂਰਾ ਨਹੀਂ ਕਰਦੇ। ਤੇ ਇਸ ਪੌੜੀ ਦੀ ਪਹਿਲੀ ਪੰਕਤੀ 'ਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹੀ ਕਿਹਾ ਕਿ ਹੁਕਮ ਹੀ ਹੋਵਨ ਆਕਾਰ, ਵੀ ਉਸ ਪਰਮਾਤਮਾ ਦੇ ਹੁਕਮ ਨਾਲ ਹੀ ਸਾਰੇ ਆਕਾਰ ਪ੍ਰਗਟ ਹੋਏ ਹਨ, ਪਰ ਉਹਦਾ ਹੁਕਮ ਜਿਹੜਾ ਹੈ ਉਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਅਸੀਂ ਬਿਆਨ ਕਰਨ ਦੀ ਕੋਸ਼ਿਸ਼ ਵੀ ਕਰੀਏ ਤਾਂ ਉਹ ਜਿਹੜਾ ਬਿਆਨ ਹੈ ਉਹ ਸੰਪੂਰਨ ਨਹੀਂ ਹੈ, ਇੰਨੀ ਸਮਰੱਥਾ ਨਹੀਂ ਹੈ ਕਿ ਅਸੀਂ ਉਹਦੇ ਹੁਕਮ ਨੂੰ ਬਿਆਨ ਕਰ ਸਕੀਏ। ਤਾਂ ਇਸ ਕਰਕੇ ਉਹਦਾ ਜਿਹੜਾ ਹੁਕਮ ਹੈ ਉਹ ਕਿਹਾ ਨਹੀਂ ਜਾ ਸਕਦਾ। ਤਾਂ ਅੱਜ ਦੀ ਵਿਚਾਰ 'ਚ ਅਸੀਂ ਪਹਿਲੀ ਪੰਕਤੀ ਜੀ ਦੀ ਜਿਹੜੀ ਡਿਟੇਲ ਵਿਚਾਰ ਜਿਹੜੀ ਉਹ ਸਾਂਝੀ ਆਪ ਜੀ ਨਾਲ ਕੀਤੀ ਹੈ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਨ ਤੁਛ ਬੁੱਧੀ ਨੂੰ ਥੋੜਾ ਬਲ ਬਖਸ਼ਣ ਕਿ ਮਹਾਰਾਜ ਦੀ ਬਾਣੀ ਦੀ ਜਿਹੜੀ ਵਿਚਾਰ ਹੈ ਉਹ ਅਸੀਂ ਕਰ ਸਕੀਏ। ਅਗਲੀ ਵੀਡੀਓ ਦੇ ਵਿੱਚ ਅਸੀਂ ਦੂਸਰੀ ਪੰਕਤੀ ਦੀ ਵਿਚਾਰ ਜਿਹੜੀ ਹੈ ਉਹ ਆਪ ਜੀ ਨਾਲ ਸਾਂਝੀ ਕਰਾਂਗੇ ਜੀ। ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।